ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਉਮੀਦ ਹੈਗੀ ਕਿ ਤੁਹਾਡਾ ਵੀਕਐਂਡ ਵਧੀਆ ਰਿਹਾ ਹੋਣਾ ਹੈ, ਖਾਸ ਕਰਕੇ ਹੁਣ ਜਿੱਥੇ ਹੌਲੀਡੇਜ਼ ਸ਼ੁਰੂ ਹੋ ਗਈਆਂ। ਕਿੰਨੇ ਕੁਛ ਇਵੈਂਟਸ ਹੁੰਦੇ ਵੀਕਐਂਡ 'ਤੇ, ਹਰ ਇੱਕ ਦੀ ਪਾਰਟੀਆਂ, ਹੌਲੀਡੇ ਪਾਰਟੀਆਂ ਜਾਂ ਚੈਰਿਟੀ ਇਵੈਂਟਸ ਮਤਲਬ ਸਾਰਿਆਂ ਨੂੰ ਬਿਜ਼ੀ ਰੱਖ ਰਹੇ ਆ। ਬਟ ਦਿਸ ਇਜ਼ ਅ ਗੁੱਡ ਥਿੰਗ। ਸਾਨੂੰ ਤਾਂ ਇਸ ਚੀਜ਼ ਦੀ ਖੁਸ਼ੀ ਹੈ ਕਿ ਫਾਈਨਲੀ ਇੰਨੇ ਚਿਰ ਬਾਅਦ ਇਹ ਜੋ ਇਵੈਂਟਸ ਹੈ, ਗੈਦਰਿੰਗਸ ਹਨ, ਜਿੱਥੇ ਅਸੀਂ ਸਾਰੇ ਇਕੱਠੇ ਹੋ ਸਕਦੇ, ਇੱਕ ਦੂਜੇ ਨੂੰ ਰਲ ਮਿਲ ਕੇ ਵੇਖ ਸਕਦੇ ਹਾਂ, ਗੱਲਾਂ ਬਾਤਾਂ ਕਰ ਸਕਦੇ ਹਾਂ, ਇਹ ਚੀਜ਼ਾਂ ਇੱਕ ਵਾਰੀ ਫਿਰ ਸ਼ੁਰੂ ਹੋਈਆਂ। ਬਟ ਆਫ ਕੋਰਸ ਸਰਦੀਆਂ ਦੇ ਮਹੀਨੇ ਚੱਲ ਰਹੇ ਹੈ ਅਤੇ ਇੱਕ ਨਵਾਂ ਵੈਰੀਐਂਟ ਕੋਵਿਡ ਦਾ ਵੀ ਫੈਲ ਰਿਹਾ ਹੈ ਅਤੇ ਜ਼ਰੂਰ ਤੁਸੀਂ ਇਹ ਆਪ ਦੀ ਡੇਲੀ ਐਡਵਾਈਜ਼ਰੀ ਸਮਝ ਲਓ ਕਿ ਕੋਵਿਡ ਦੀ ਵੈਕਸੀਨ ਲਵਾ ਲਓ। ਵੈਕਸੀਨ ਵੀ ਲਵਾਓ ਅਤੇ ਐਤਕੀ ਤਾਂ ਬੂਸਟਰ ਦਾ ਵੀ ਟਾਈਮ ਆਇਆ ਹੋਇਆ ਹੈ, ਨਾ ਕਿ ਸਿਰਫ ਬੂਸਟਰ ਸ਼ਾਟ ਤੁਹਾਨੂੰ ਲਵਾ ਲੈਣਾ ਚਾਹੀਦਾ ਹੈ, ਬਟ ਬੂਸਟਰ ਦੇ ਨਾਲ ਦੀ ਨਾਲ ਫਲੂ ਦਾ ਸ਼ਾਟ ਵੀ ਜ਼ਰੂਰ ਲਵਾਓ। ਆਈ ਵਾਜ਼ ਰੀਡਿੰਗ ਮੈਂ ਇੱਕ ਆਰਟੀਕਲ ਪੜ੍ਹ ਰਹੀ ਸੀ ਅੱਜ ਦੇ ਅਖਬਾਰ ਦੇ ਵਿੱਚ, ਜਿਹਦੇ 'ਚ ਇਹ ਕਿਹਾ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਜੋ ਕੋਵਿਡ ਦੇ ਸਟੈਟਿਸਟਿਕਸ ਹਨ, ਉਹਦੇ ਵਿੱਚ ਇਹ ਡੇਟਾ ਸਾਨੂੰ ਦੱਸਦਾ ਪਿਛਲੇ 2 ਸਾਲਾਂ ਦੇ ਵਿੱਚ 1 out of every 100 older people 100 ਵਿੱਚੋਂ ਇੱਕ ਬਜ਼ੁਰਗ ਦੀ ਡੈਥ ਹੋਈ ਹੈ ਕੋਵਿਡ ਰਿਲੇਟਡ ਪਿਛਲੇ 2 ਸਾਲਾਂ ਦੇ ਵਿੱਚ। ਦੈਟ ਇਜ਼ ਅ ਹਿਊਜ ਨੰਬਰ। ਐਂਡ ਇਹ ਬਜ਼ੁਰਗ, ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ, ਇਸ ਉਮਰ ਦੇ ਨਹੀਂ ਹੈਗੇ ਕਿ ਉਹਨਾਂ ਦੀ ਮਤਲਬ ਜ਼ਿੰਦਗੀ ਖਤਮ ਹੋ ਗਈ ਹੈ। ਵੀ're talking 65+ ਰਾਈਟ। ਐਂਡ ਇੱਥੇ ਰਹਿਣ ਵਾਲੇ ਇਸ ਮੁਲਕ ਦੇ ਵਿੱਚ ਖਾਸ ਕਰਕੇ ਜੋ ਵਧੀਆ ਸਿਹਤ ਦੇ ਵਿੱਚ ਹੈਗੇ, ਉਹ ਆਰਾਮ ਨਾਲ 10, 15, 20 ਸਾਲ ਹੋਰ ਜੀ ਸਕਦੇ ਹੈ, ਉਹਨਾਂ ਦੀ ਗਿਣਤੀ ਇਨ ਡੈਥਸ ਇਸ ਡੇਟਾ ਦੇ ਵਿੱਚ ਆਉਂਦੀ ਹੈ। ਸੋ ਬਹੁਤ ਦੁੱਖ ਹੁੰਦਾ ਸੁਣ ਕੇ, ਬਿਕੋਜ਼ ਇਹ ਕੰਪਲੀਟਲੀ ਪ੍ਰੀਵੈਂਟੇਬਲ ਹੈਗੀ। ਤੁਸੀਂ ਇਹ ਵੈਕਸੀਨ ਲਵਾ ਕੇ ਆਪ ਨੂੰ, ਆਪ ਦੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ, ਅਤੇ ਜ਼ਰੂਰ ਵੈਕਸੀਨ ਅਤੇ ਬੂਸਟਰ ਲਵਾ ਲਓ। ਕੁਛ ਅਪਡੇਟਸ ਖਬਰਾਂ ਦੇ ਵਿੱਚ ਜੋ ਇਸ ਵੇਲੇ ਚੱਲ ਰਹੀਆਂ, ਉਹਨਾਂ ਦੀ ਇਨ ਡੈਪਥ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਆਫ ਕੋਰਸ ਜੋ ਕਿ ਮਿਸ ਯੂਨੀਵਰਸ ਪੈਜੈਂਟ ਹੈਗਾ, ਉਹਦੀ ਨਵੀਂ ਵਿਨਰ ਇੱਕ ਨਾ ਕਿ ਸਿਰਫ ਇੰਡੀਅਨ ਹੈਗੀ, ਬਟ ਇੱਕ ਪੰਜਾਬਣ ਹਰਨਾਜ਼ ਕੌਰ ਸੰਧੂ। ਮਿਸ ਯੂਨੀਵਰਸ ਆਫ ਕੋਰਸ ਇੱਕ ਇਹੋ ਜਿਹਾ ਪੈਜੈਂਟ ਹੈ ਜੋ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਜਾਂਦਾ ਬਿਊਟੀ ਪੈਜੈਂਟਸ ਦੇ ਵਿੱਚ। ਉਹਦੇ ਵਿੱਚ ਇੱਕ ਸਾਡੀ ਪੰਜਾਬੀ ਕੁੜੀ ਹਰਨਾਜ਼ ਕੌਰ ਸੰਧੂ ਜਿੱਤ ਗਈ ਹੈ। ਤੁਹਾਨੂੰ ਮੈਂ ਰੈਫਰੈਂਸ ਦੇਵਾਂ, ਪਿਛਲੇ ਸਾਲਾਂ ਦੇ ਵਿੱਚ ਮੈਂ ਕਹਾਂਗੀ ਡੈਕੇਡਸ ਅਗੋ ਐਸ਼ਵਰਿਆ ਰਾਏ ਇਸ ਕੰਪੀਟੀਸ਼ਨ ਨੂੰ ਜਿੱਤ ਕੇ ਇੱਕ ਟਾਈਟਲ ਹੋਲਡਰ ਰਹੇ ਹਨ। ਸੁਸ਼ਮਿਤਾ ਸੈਨ, ਪ੍ਰਿਯੰਕਾ ਚੋਪੜਾ, ਅਤੇ ਅੱਜ ਸਾਡੀ ਇੱਕ ਪੰਜਾਬੀ ਕੁੜੀ ਇਸ ਟਾਈਟਲ ਨੂੰ ਸਾਂਭ ਰਹੀ ਹੈ। ਸੋ ਬਹੁਤ ਖੁਸ਼ੀ ਵੀ ਹੁੰਦੀ ਹੈ। ਬਟ ਇਹ ਜੋ ਪੈਜੈਂਟਸ ਦਾ ਸਾਰਾ ਸਿਨੈਰੀਓ ਹੈਗਾ, ਇਹਦੇ ਉੱਤੇ ਇੱਕ ਮੈਂ ਡੀਟੇਲ ਪ੍ਰੋਗਰਾਮ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੇਸ਼ ਕਰਾਂਗੇ। ਖਾਸ ਕਰਕੇ ਹਰਨਾਜ਼ ਸੰਧੂ ਦੇ ਨਾਲ ਕੀ ਸਥਿਤੀ ਇਸ ਵੇਲੇ ਬਣ ਰਹੀ ਹੈ, ਉਹਦੀ ਗੱਲ ਕਰਾਂਗੇ। ਬਟ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਥੋੜ੍ਹੀ ਜਿਹੀ ਪੋਲੀਟਿਕਸ ਅਤੇ ਥੋੜ੍ਹੀ ਜਿਹੀ ਜੋ ਮੈਂ ਕਹਾਂਗੀ ਸਾਡੇ ਕਲਚਰ ਦੇ ਨਾਲ ਜੁੜੀ ਹੋਈ ਚੀਜ਼ਾਂ ਹੈਗੀਆਂ, ਉਹਨਾਂ ਦੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ। ਅਸੀਂ ਸਾਰੇ ਜੋ ਮੈਨੂੰ ਅਬਰੋਡ ਬੈਠੇ ਹੋਏ ਵੇਖ ਰਹੇ ਹੈ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਸਾਨੂੰ ਪਤਾ ਹੈ ਕਿ ਜਦੋਂ ਲੋਕ ਬਾਹਰ ਵਾਲੇ ਸਾਨੂੰ ਵੇਖਦੇ ਆ, ਉਹ ਕਹਿੰਦੇ ਕਿ ਓਕੇ ਤੁਸੀਂ ਬਰਾਊਨ ਹੋ, ਤੁਸੀਂ ਇੰਡੀਅਨ ਹੈਗੇ ਮੋਸਟ ਲਾਈਕਲੀ, ਜਾਂ ਏਸ਼ੀਆ ਤੋਂ ਆਉਂਦੇ ਹੋ, ਸਾਊਥ ਏਸ਼ੀਆ ਤੋਂ ਆਉਂਦੇ ਹੋ, ਇੰਡੀਆ, ਪਾਕਿਸਤਾਨ, ਜੋ ਵੀ ਫਲਾਨਾ। ਅਤੇ ਉਹ ਸਾਨੂੰ ਇੱਕ ਚੀਜ਼ ਦੇ ਨਾਲ ਬਹੁਤ ਐਸੋਸੀਏਟ ਕਰਦੇ। ਆਫ ਕੋਰਸ ਬਾਲੀਵੁੱਡ ਐਂਡ ਜੋ ਸਾਡਾ ਰਿਚ ਕਲਚਰ ਹੈਗਾ ਉਹਦੇ ਨਾਲ, ਬਟ ਆਲਸੋ ਜੋ ਸਾਡਾ ਕਲਚਰ ਫੂਡ ਦੇ ਨਾਲ ਜੁੜਿਆ ਹੋਇਆ ਹੈ। ਖਾਸ ਕਰਕੇ ਸਾਊਥ ਏਸ਼ੀਅਨਸ ਨੂੰ ਇੱਕ ਖਾਣ ਪੀਣ ਦੀ ਜੋ ਆਈਡੈਂਟੀਟੀ ਹੈਗੀ, ਸਾਡੀ ਲਾਰਜਰ ਆਈਡੈਂਟੀਟੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਇਨਫੈਕਟ ਇੰਡੀਅਨ ਫੂਡ ਦੀ ਜਦੋਂ ਗੱਲ ਹੁੰਦੀ ਹੈ, ਜਿਸ ਤਰ੍ਹਾਂ ਇੱਥੇ ਲੋਕ ਚਾਈਨੀਜ਼ ਫੂਡ ਲਈ ਤਰਸਦੇ ਹੈ ਕਦੀ ਕਰਕੇ, ਉਹ ਮੇਰਾ ਚਾਈਨੀਜ਼ ਖਾਣ ਨੂੰ ਮਨ ਕਰਿਆ, ਮੇਰਾ ਪਿੱਜ਼ਾ ਖਾਣ ਨੂੰ ਮਨ ਕਰਿਆ, ਉਸੇ ਤਰ੍ਹਾਂ ਇੰਡੀਅਨ ਫੂਡ ਦੀ ਵੀ ਬਹੁਤ ਵੱਡੀ ਫੋਲੋਇੰਗ ਹੈਗੀ ਨੌਨ ਇੰਡੀਅਨਸ ਦੇ ਵਿੱਚ। ਬਟ ਵਾਟ ਅਬਾਊਟ ਜਦੋਂ ਇੰਡੀਅਨ ਫੂਡ ਇੱਕ ਪੋਲੀਟੀਕਲ ਆਈਟਮ ਬਣ ਜਾਂਦਾ ਹੈ? ਇਨ ਜਨਰਲ ਜਦੋਂ ਵੀ ਖਾਣੇ ਨੂੰ ਲੈ ਕੇ ਵੈਪਨਾਈਜ਼ ਕੀਤਾ ਜਾਂਦਾ ਹੈ ਇੱਕ ਪੋਲੀਟੀਕਲ ਤੌਰ ਲਈ, ਇੱਕ ਪੋਲੀਟੀਕਲ ਮੋਟਿਵ ਲਈ, ਜਾਂ ਕਿਸੇ ਰੇਸਿਸਟ ਏਜੰਡਾ ਨੂੰ ਅੱਗੇ ਵਧਾਉਣ ਲਈ, how does that impact our identity? ਜੋ ਚੀਜ਼ ਸਾਡੀ ਆਈਡੈਂਟਿਟੀ ਦੇ ਨਾਲ ਜੁੜੀ ਹੋਈ ਹੈ ਕਿ ਅਸੀਂ ਖਾਣ ਪੀਣ ਦੇ ਵਿੱਚ, ਜਾਂ ਜੋ ਫੂਡ ਮੈਂ ਕਹਾਂਗੀ ਸਾਇੰਸਿਸ ਹੈਗੀ, ਉਹਨਾਂ ਦੇ ਵਿੱਚ ਮਾਹਿਰਤਾ ਰੱਖਦੇ ਹਾਂ, ਉਸ ਚੀਜ਼ ਦੇ ਇੱਕ
ਪੋਲੀਟੀਕਲ ਧੱਬਾ ਜੋ ਲੱਗ ਜਾਂਦਾ, ਹਾਊ ਡਜ਼ ਦੈਟ ਅਫੈਕਟ ਆਰ ਆਈਡੈਂਟੀਟੀ? ਇਨ ਫੈਕਟ ਇਹਦਾ ਜਵਾਬ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਅੱਜ ਨਿਊਯਾਰਕ ਟਾਈਮਸ ਦੇ ਵਿੱਚ ਤੇ ਵੱਖ-ਵੱਖ ਹੋਰ ਵੱਡੀ ਪਬਲੀਕੇਸ਼ਨਸ, ਅਲ ਜਜ਼ੀਰਾ ਤੇ ਹੋਰ ਪਬਲੀਕੇਸ਼ਨਸ ਦੇ ਵਿੱਚ ਇਹ ਸਟੋਰੀ ਪਾਈ ਗਈ। ਐਂਡ ਇਟ ਬੇਸਿਕਲੀ ਸੈਜ਼ ਦੈਟ ਇੰਡੀਆ ਦੇ ਵਿੱਚ ਜੋ ਲੇਟੈਸਟ ਇੱਕ ਫਲੈਸ਼ ਪੁਆਇੰਟ ਆਇਆ ਹੈ, ਮਤਲਬ ਜੋ ਲੇਟੈਸਟ ਇੱਕ ਮੈਂ ਕਹਾਂਗੀ ਅਨਰੈਸਟ ਹੋ ਰਹੀ ਹੈ, ਉਹ ਅੰਡਿਆਂ ਨੂੰ ਲੈ ਕੇ ਹੋ ਰਹੀ ਹੈ। ਅੰਡਿਆਂ ਨੂੰ ਲੈ ਕੇ, ਆਈ ਮੀਨ ਦਿਸ ਇਜ਼ ਦ ਨਿਊਯਾਰਕ ਟਾਈਮਸ ਹੈਡਲਾਈਨ ਜੋ ਤੁਸੀਂ ਵੇਖ ਸਕਦੇ ਹੋ, ਵਿਚ ਕਲੀਅਰਲੀ ਸੇਜ਼ ਇੰਡੀਆਜ਼ ਲੇਟੈਸਟ ਰਿਲੀਜੀਅਸ ਐਂਡ ਕਲਚਰਲ ਫਲੈਸ਼ ਪੁਆਇੰਟ ਐਗਸ। ਸੋ ਕਿੱਥੇ ਧਰਮ, ਕਿੱਥੇ ਪੋਲਿਟਿਕਸ ਤੇ ਕਿੱਥੇ ਅੰਡੇ? ਹਾਊ ਡਜ਼ ਇਟ ਆਲ ਫਿਟ ਇਨ? ਸ਼ਾਇਦ ਤੁਸੀਂ ਇਸ ਸਟੋਰੀ ਦੇ ਨਾਲ ਆਲਰੇਡੀ ਵਾਕਿਫ ਹੋਏਗੇ, ਇਫ ਨਾਟ ਆਲ ਟੈਲ ਯੂ ਰਾਈਟ ਨਾਓ, ਇਟਸ ਬੇਸਿਕਲੀ like a lot of other food, ਕਾਫੀ ਹੋਰ ਖਾਣਿਆਂ ਦੀ ਤਰ੍ਹਾਂ ਮੀਟ ਹੋ ਗਿਆ, ਖਾਸ ਕਰਕੇ ਬੀਫ ਹੋ ਗਿਆ, ਇੰਡੀਆ ਦੇ ਵਿੱਚ ਹੁਣ ਇਹ ਜੋ ਰੇਹੜੀ ਵਾਲੇ ਹੈਗੇ ਜੋ ਵੱਖ-ਵੱਖ ਚੀਜ਼ਾਂ ਨੂੰ ਵੇਚਦੇ ਹੈ, ਰੇਹੜੀਆਂ ਚਲਾਉਂਦੇ ਆ, ਆਪਣਾ ਕੰਮ ਕਾਰਜ ਇੱਕ ਛੋਟੇ ਬਿਜ਼ਨਸ ਦੇ ਨਾਲ ਲਾਈਕ ਆਪਣੇ ਪੂਰੇ ਪਰਿਵਾਰ ਨੂੰ, ਆਪਣੀ ਪੂਰੀ ਲਾਈਵਲੀਹੁੱਡ ਨੂੰ ਚਲਾ ਰਹੇ ਹੈ, ਉਹ ਵਿਚਾਰੇ ਇਸ ਵੇਲੇ ਮੈਂ ਕਹਾਂਗੀ ਸਭ ਤੋਂ ਲੇਟੈਸਟ ਵਿਕਟਮਸ ਬਣੇ ਹੋਏ ਹੈ ਇੱਕ ਗਵਰਨਮੈਂਟ ਮੈਂ ਕਹਾਂਗੀ ਸਕੀਮ ਦੇ, ਰਾਈਟ? ਇਹ ਗੁਜਰਾਤ ਦੀ ਸਟੋਰੀ ਹੈਗੀ, ਅਹਿਮਦਾਬਾਦ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਰੇਡਸ ਲਾਈਆਂ ਗਈਆਂ ਉਹਨਾਂ ਰੇਹੜੀਆਂ ਦੇ ਖਿਲਾਫ ਜੋ ਅੰਡੇ ਤੇ ਭੁਰਜੀਆਂ ਇਹੋ ਜਿਹੀ ਫੂਡ ਆਈਟਮਸ ਵੇਚਦੇ ਆ, ਕਿਉਂਕਿ ਅਫਕੋਰਸ ਕਾਫੀ ਜੋ ਇਹ ਰਾਈਟ ਵਿੰਗ ਨੈਸ਼ਨਲਿਸਟ, ਹਿੰਦੂ ਨੈਸ਼ਨਲਿਸਟ ਐਕਸਟ੍ਰੀਮਿਸਟ ਸੈਂਟੀਮੈਂਟ ਹੈਗਾ, ਉਹ ਨੌਨ ਵੈਜ ਖਾਣ ਪੀਣ ਦੇ ਵਿੱਚ ਤਾਂ ਅਫਕੋਰਸ ਰੁਕਾਵਟਾਂ ਲਾ ਹੀ ਰਿਹਾ, ਬਟ ਹੁਣ ਅੰਡਿਆਂ ਨੂੰ ਵੀ ਇਸ ਚੀਜ਼ ਦੇ ਵਿੱਚ ਇਨਵੋਲਵ ਕਰ ਰਿਹਾ ਟੂ ਦੀ ਐਕਸਟੈਂਟ ਕਿ ਇਹ ਜੋ ਰੇਡਸ ਲੱਗੀਆਂ ਹੋਈਆਂ ਇਹਨਾਂ ਨੇ ਨਾ ਕਿ ਸਿਰਫ ਇਨ ਸਾਰੇ ਰੇਹੜੀਆਂ ਵਾਲਿਆਂ ਦੇ ਕਿੰਨੇ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਅੰਡੇ ਖਰਾਬ ਕਰਤੇ, ਤੋੜਤੇ ਜਾਂ ਸਿੱਟ ਦਿੱਤੇ, ਬਟ ਬਾਕੀ ਵੀ ਚੀਜ਼ਾਂ ਨੂੰ ਮਤਲਬ ਉਹਨਾਂ 'ਤੇ ਕਬਜ਼ਾ ਕਰ ਲਿਆ, ਭਾਵੇਂ ਉਹਨਾਂ ਦੇ ਬਾਕੀ ਫੂਡ ਮਟੀਰੀਅਲਸ ਹੋਣ, ਬ੍ਰੈਡ, ਮਸਾਲੇ, ਤੇਲ ਤੂਲ, ਸਭ ਕੁਛ ਉਹਨਾਂ ਦੇ ਜੋ ਜਨਰੇਟਰ, ਜੋ ਗੈਸ ਉਹਨਾਂ ਦੀ ਪ੍ਰੋਪੇਨ ਟੈਂਕਸ ਹੈਗੇ, ਮਤਲਬ ਸਭ ਕੁਛ ਹੀ ਲੈ ਲਿਆ ਇਹਨਾਂ ਤੋਂ, ਟੂ ਦ ਪੁਆਇੰਟ ਵੇਅਰ ਸਾਨੂੰ ਇੱਥੇ ਇਹ ਪੁੱਛਣਾ ਪੈਂਦਾ ਹੈ ਕਿ ਇਹ ਕਿਸ ਕਿਸਮ ਦੀ ਇਹ ਮੈਸੇਜ ਇਹ ਸੈਂਡ ਕਰ ਰਿਹਾ ਹੈ। ਈਵਨ ਜਦੋਂ ਇੰਟਰਨੈਸ਼ਨਲ ਮੀਡੀਆ ਵੀ ਇੱਕ ਅਮਰੀਕਨ ਨਿਊਜ਼ਪੇਪਰ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇੰਡੀਆ ਦੇ ਅੰਡਿਆਂ ਦੇ ਨਾਲ, ਜਦੋਂ ਉਹ ਵੀ ਇਹ ਸਟੋਰੀ ਕਵਰ ਕਰ ਰਹੀ ਹੈ, ਅਲ ਜਜ਼ੀਰਾ ਵਰਗੇ ਪਬਲੀਕੇਸ਼ਨਸ ਇਹ ਸਟੋਰੀ ਕਵਰ ਕਰ ਰਹੇ ਹੈ ਕਿ ਇੱਕ ਨੌਨ ਵੈਜੀਟੇਰੀਅਨ ਰਿਲੀਜੀਅਸ ਪੋਲੀਟੀਕਲ ਸੈਂਟੀਮੈਂਟ ਨੂੰ ਅੱਗੇ ਵਧਾਉਣ ਲਈ ਜੋ ਸਮੋਲੈਸਟ ਤੋਂ ਸਮੋਲ ਬਿਜ਼ਨੈਸਿਸ ਹੈਗੇ, ਜਿਸ ਤਰ੍ਹਾਂ ਇਹ ਰੇਹੜੀਆਂ ਵਾਲੇ ਹਨ, ਉਹਨਾਂ ਨੂੰ ਕਿਉਂ ਵਿਕਟਮਾਈਜ਼ ਕੀਤਾ ਜਾ ਰਿਹਾ ਹੈ। ਸੋ ਇਸ ਸਟੋਰੀ ਦੇ ਵਿੱਚ ਮੈਂ ਬੇਸਿਕਲੀ ਇਸ ਖਾਣ ਪੀਣ ਜੋ ਇੰਡੀਅਨ ਫੂਡ ਸੀਨ ਹੈਗਾ ਇਹਦੇ ਪੋਲੀਟਿਕਸ ਬਾਰੇ ਅੱਜ ਤੁਹਾਡੇ ਨਾਲ ਥੋੜ੍ਹੀ ਜਿਹੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੀ ਹਾਂ। ਸਾਡੇ ਨਾਲ ਬਹੁਤ ਹੀ ਵਧੀਆ ਗੈਸਟ ਜੁੜਨਗੇ ਜੋ ਕਿ ਇਸ ਏਰੀਆ ਦੇ ਵਿੱਚ ਮਾਹਿਰਤਾ, ਐਕਸਪਰਟੀਜ਼ ਰੱਖਦੇ, ਉਹਨਾਂ ਤੋਂ ਵੀ ਸੁਣਾਂਗੇ। ਐਂਡ ਆਫ ਕੋਰਸ ਹਾਊ ਸ਼ੁਡ ਵੀ ਰਿਐਕਟ, ਰਾਈਟ? ਐਟ ਦੀ ਐਂਡ ਆਫ ਦ ਡੇ ਖਾਸ ਕਰਕੇ ਉਹਨਾਂ ਲਈ ਜੋ ਇਹ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹੈ, ਜੋ ਮੈਨੂੰ ਵੇਖ ਰਹੇ ਹੈ, ਜਦੋਂ ਤੁਹਾਨੂੰ ਕੋਈ ਪੁੱਛੂਗਾ ਨੌਨ ਇੰਡੀਅਨ ਕਿ ਓ ਯਾ ਆਈ ਰੈਡ ਦਿਸ ਸਟੋਰੀ, ਮੈਂ ਇਹ ਖਬਰ ਪੜ੍ਹੀ ਸੀ ਨਿਊਯਾਰਕ ਟਾਈਮਸ ਦੇ ਵਿੱਚ ਤੁਹਾਡੇ ਮੁਲਕ ਬਾਰੇ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਅੰਡਿਆਂ ਨੂੰ ਲੈ ਕੇ ਸਰਕਾਰ ਇੰਨੀ ਬੇਸਬਰੀ ਦੇ ਨਾਲ ਰੇਹੜੀਆਂ ਵਾਲਿਆਂ ਨੂੰ ਕੁੱਟ ਪੀਟ ਰਹੀ ਹੈ, ਉਹਨਾਂ ਦੀ ਸਾਰੀ ਤੋੜ-ਫਾੜ ਕਰ ਰਹੀ ਹੈ, ਮਤਲਬ ਕਬਜ਼ਾ ਕਰ ਰਹੀ ਹੈ, ਉਹਨਾਂ ਦੀ ਬੇਸਿਕਲੀ ਲਾਈਵਲੀਹੁੱਡ ਨੂੰ ਖਤਮ ਕਰ ਰਹੀ ਹੈ, ਕਿ ਤੁਹਾਡਾ ਕੀ ਜਵਾਬ ਹੋਏਗਾ, ਰਾਈਟ? ਸੋ ਇਨ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਬਹੁਤ ਇੰਟਰਸਟਿੰਗ ਟੌਪਿਕ ਤੁਹਾਡੇ ਲਈ ਲੈ ਕੇ ਆਏ ਹਾਂ। ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਦੀ ਰਾਜਨੀਤੀ ਅੰਡਿਆਂ ਦੇ ਅਰਾਊਂਡ ਡਿਵੈਲਪ ਹੋ ਰਹੀ ਹੈ ਇੰਡੀਆ ਦੇ ਵਿੱਚ। ਹਰ ਇੱਕ ਚੀਜ਼ ਦੇ ਵਿੱਚ ਪੋਲੀਟਿਕਸ ਅਸੀਂ ਵੇਖੀ ਸੀ, ਬਟ ਹੁਣ ਵਿਚਾਰੇ ਹੁਣ ਰੇਹੜੀਆਂ ਵਾਲਿਆਂ ਨੂੰ ਵੀ ਛੱਡਿਆ ਜੋ ਕਿ ਭੁਰਜੀ ਬਣਾਉਂਦੇ ਹੈ। I mean, it's really kind of ridiculous, but once again, ਇਹ ਇੱਕ big enough story ਹੈ ਕਿ ਨਿਊਯਾਰਕ ਟਾਈਮਸ ਤੱਕ ਇਹਦੀ ਅੱਜ ਰਿਪੋਰਟਿੰਗ ਕਰ ਰਿਹਾ ਤੇ ਅਸੀਂ ਵੀ ਗੱਲ ਕਰ ਰਹੇ। ਸਾਡੇ ਨਾਲ ਜੁੜੇ ਹਨ ਇਸ ਟੌਪਿਕ ਤੇ ਆਪ ਦੀ ਥੋੜੀ ਜਿਹੀ ਐਕਸਪਰਟੀਜ਼ ਸ਼ੇਅਰ ਕਰਨ ਲਈ our very own, our favorite restaurant consultant and restaurateur, Kunal Lamba. ਸਭ ਤੋਂ ਪਹਿਲੇ Kunal, so good to have you in the program. Welcome to the show. ਸਤਿ ਸ਼੍ਰੀ ਅਕਾਲ. Hi, how are you? So good to have you. I know ਤੁਹਾਡਾ normally ਬਹੁਤ ਮੈਂ ਕਹਾਂਗੀ ਲਾਈਟ ਹਾਰਟਡ ਖਾਣਾ ਪੀਣਾ ਗਾਣਾ ਪ੍ਰੋਗਰਾਮ ਹੁੰਦਾ ਹੈ, ਜਸ ਪੰਜਾਬੀ ਜਸ ਹਿੰਦੀ ਤੇ, but today we're talking about something a little serious, or maybe it's not, right? ਬੰਦਾ ਕਿੰਨੀ ਕੁ ਸੀਰੀਅਸ ਤਰ੍ਹਾਂ ਗੱਲ ਕਰ ਸਕਦਾ ਹੈ when you're talking about the weaponization
of eggs ਕਿ ਇੰਡੀਆ ਦੀ ਹੁਣ ਪੋਲੀਟੀਕਲ ਰਾਜਨੀਤਿਕ ਖੇਡ ਦੇ ਵਿੱਚ ਅੰਡਿਆਂ ਨੂੰ ਵਿਚਾਰਿਆਂ ਨੂੰ ਵਾੜਿਆ ਜਾ ਰਿਹਾ ਹੈ so first of all you know when you read this story were you surprised to see ਕਿ ਇੱਕ ਵਾਰੀ ਫਿਰ ਕਿਸੇ ਫੂਡ ਆਈਟਮ ਨੂੰ ਇਹੋ ਜਿਹੇ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ or is this something that you're used to seeing ਨਹੀਂ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਇਹ ਜਿਹੜੀ ਖਬਰ ਹੈ ਨਿਊਯਾਰਕ ਟਾਈਮਸ ਤੋਂ ਮੈਂ ਪੜ੍ਹ ਲਿੱਤੀ ਬਟ ਇਹ ਹਿੰਦੁਸਤਾਨ ਟਾਈਮਸ ਵਿੱਚ ਆਈ ਸੀ ਕਿ ਨਹੀਂ ਆਈ ਸੀ no ਨਹੀਂ ਆਈ ਸੀ it was not exactly so that's my thing right yeah, so good point I think New York Times ਜਿਹੜੀ ਹੈ ਉਹ ਇਹ ਸਭ ਲਿਖ ਰਹੀ ਹੈ because we feel here in America that India is just going crazy on this Hindutva. I'm Hindu, by the way, so you know. मेरा नाम कोई Khan नहीं हैगा. My name is not Khan. So so let's put that disclaimer. Yeah. So definitely I go to a mandir, I worship, I go to a gurdwara, and I really feel कि ਇਹ ਬਿਲਕੁਲ ਬੇਕਾਰ ਦੀ ਕੋਈ ਲੋੜ ਹੀ ਨਹੀਂ ਹੈ. We have bigger fish to fry than take care of this. ਅਸੀਂ ਉਹ ਗਾਏ ਤੋਂ ਲੈ ਕੇ ਚਲੋ ਮੰਨ ਲਿਆ ਹਿੰਦੂ ਧਰਮ में ਗਾਏ ਅਲਾउड नहीं है but they all Hindus are not vegetarian they are more and अंडे ਤੇ ਫਿਰ ਵੀ chicken and an egg ਦੀ story ਤਾਂ ਹਲੇ ਵੀ paradox ਹੈ ਕਿ is it really vegetarian or non-vegetarian so it is ridiculous I think it is just trying to appease the vote bank politics but I really don't think कि अंडे कुछ करेंगे ना वास्ते because I think a lot of people do eat eggs so you know it's interesting you say that because a recent campaign India ਦੇ ਵਿੱਚ ਇੱਕ recent advertising campaign ਚੱਲੀ ਸੀ from the egg you could say the egg industry right that are trying to get more consumption of eggs ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇੱਕ ਪ੍ਰੋਟੀਨ ਦੇ ਸੋਰਸ ਤੇ in fact I think ਇੱਕ recent cricketers ਨੂੰ use ਕਰਕੇ ਕਪਿਲ ਦੇਵ ਤੇ 2-3 ਹੋਰ cricketers ਸੀਗੇ ਜੋ ਅੰਡਿਆਂ ਦੀ ਗੱਲ ਕਰੇ it's an advertisement right ਤਾਂ ਕਿ ਅੰਡਿਆਂ ਨੂੰ ਹੋਰ ਪ੍ਰਮੋਟ ਕੀਤਾ ਜਾਏ so this kind of goes against all of that but once again you know ਸਾਡੀ ਗੱਲ ਪਹਿਲੇ ਵੀ ਹੋ ਰਹੀ ਸੀ ਪ੍ਰੋਗਰਾਮ ਤੋਂ ਕਿ ਇਹ ਪਹਿਲੀ ਵਾਰੀ ਨਹੀਂ ਹੈਗੀ ਇਹ ਪਹਿਲਾ ਇੰਸਟੈਂਸ ਨਹੀਂ ਹੈ ਜਦੋਂ ਕਿਸੇ ਸਮ ਕੰਪਲੀਟਲੀ ਨਾਨ ਪੋਲੀਟੀਕਲ ਚੀਜ਼ ਨੂੰ ਇੱਕ ਪੋਲੀਟੀਕਲ ਤੌਰ ਤੇ ਵਰਤਿਆ ਜਾ ਰਿਹਾ ਹੈ ਯੂ ਆਰ ਟੈਲਿੰਗ ਮੀ ਅਬਾਊਟ ਬਿਰਿਆਨੀ ਰਾਈਟ ਕਿ ਬਿਰਿਆਨੀ ਇੱਕ ਇਹੋ ਜਿਹੀ ਚੀਜ਼ ਹੈ ਕਿ ਜਦੋਂ ਵੀ ਕੋਈ ਰੇਸ ਜਾਂ ਰਿਲੀਜੀਅਸ ਕਲੈਸ਼ ਹੁੰਦਾ ਉਹਦੇ ਵਿੱਚ ਬਿਰਿਆਨੀ ਨੂੰ ਵਾੜ ਦਿੰਦੇ ਟੈਲ ਅਸ ਅਬਾਊਟ ਦਿਸ ਹਾਂ ਜੀ ਉਹ ਬਿਰਿਆਨੀ ਖਾ ਰਹੇ ਸੀ ਔਰ ਮੈਂ ਉੱਥੇ I think ਜਿਹੜੇ ਫਾਰਮਰ ਪ੍ਰੋਟੈਸਟ ਹੋ ਰਹੇ ਸੀ ਉੱਥੇ ਉਹ ਪੀਜ਼ਾ ਦਾ ਬਣਾ ਦਿੱਤਾ ਸੀ ਉਹ ਪੀਜ਼ੇ ਖਾ ਰਹੇ ਨੇ is pizza really a luxury I mean really ਜੇ ਦਾਲ ਚਾਵਲ ਖਾਓ ਤਾਂ ਪ੍ਰੋਟੈਸਟ ਠੀਕ ਹੈ ਪੀਜ਼ਾ ਖਾਓ ਤੇ ਠੀਕ ਨਹੀਂ ਹੈ ਫੂਡ ਵਿੱਚ ਵਾੜ ਦਿੱਤਾ ਅੱਛਾ ਉੱਥੇ ਵਹਾਂ ਬਿਰਿਆਨੀ ਬਟ ਰਹੀ ਥੀ ਮਤਲਬ ਮੁਸਲਿਮਸ were involved but they were ਮਲੇਰਕੋਟ ਤੋਂ ਮੁਸਲਮਾਨਾਂ ਦਾ ਜੱਥਾ ਆਇਆ ਉਹਨਾਂ ਨੇ ਬਿਰਿਆਨੀ ਦੀ ਸੇਵਾ ਰੱਖੀ it was vegetarian I had some myself it was delicious but the whole point was ਕਿ ਮਲੇਰਕੋਟ ਤੋਂ ਮੁਸਲਮਾਨ ਜਥੇਬੰਦੀਆਂ ਦੀ ਸੇਵਾ ਚੱਲ ਰਹੀ ਹੈ ਬਿਰਿਆਨੀ ਦੀ you know but it was used you're saying it was used ਉਹਨੂੰ ਇੱਕ ਪੁੱਠੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ no just it's a buzzword having biryani is Muslim and having halwa puri is Hindu and it's just a buzzword it just attracts you but then I think more people more Hindus in India eat biryani than Muslims because there are more Hindus who live in India and they love biryani who doesn't love it और बिरयानी तो कश्मीर में साउथ इंडिया में हिंदू लोग अपने तरह से भी बनाते हैं अब तो आप पूरे इंडिया को तो you cannot ਤੁਸੀਂ पूरे इंडिया ਨੂੰ वेज कर ਦਿਓ ਇਹ ਤੇ ਨਹੀਂ ਹੋਣ ਵਾਲਾ but you never know with Modi ji हो भी जाए at least on paper but I think यही करना चाह रहे हैं this is the way they just try to say it's just sentiment खुदेड़ रहे ने और कुछ भी नहीं हैगा ਤੇ ਆਪ ਵੀ ਇਹ ਪੋਲੀਟੀਸ਼ੀਅਨ ਘਰ ਬੈ ਕੇ ਬਿਰਿਆਨੀਆਂ ਪਾੜ ਰਹੇ ਹੁੰਦੇ ਨੇ ਆ ਕੇ ਸਪੀਚਾਂ ਦਿੰਦੇ ਨੇ they all are it's just I mean BS but ये ਆਂਡੇ ਤੇ ਪਤਾ ਨਹੀਂ ਮੈਂ ਜਿਹੜੀ ਉਹ ਖਬਰ ਜੇ ਪੜ੍ਹੀ I was so ਹੈਰਾਨ ਹੋ ਗਿਆ ਮੈਂ ਕਿਹਾ ਆਂਡਿਆਂ ਦੇ ਪਿੱਛੇ ਪੈ ਗਏ ਨੇ first of all तो I feel ਆਂਡੇ is vegetarian yes yeah I mean you know har ek da apna opinion hai it's a debate right like yeah, how that's fine. There's an America mein debate hai about the abortion yeah unborn child and the unborn animal right and you know that's interesting though but ਇਸ ਮੁਲਕ ਦੇ ਵਿੱਚ abortion is ਚਲੋ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਇਸ ਵੇਲੇ ਕਾਫੀ ਕੰਟਰੋਵਰਸੀ ਚੱਲ ਰਹੀ ਹੈ I want to let the viewers know ਇਹਦੇ ਉੱਤੇ ਵੀ ਇੱਕ ਖਾਸ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਾਂਗੇ ਇਸ ਹਫਤੇ ਦੇ ਵਿੱਚ but you know when it comes to eggs it's one of those things ਕਿ ਅਗਰ ਤੁਸੀਂ ਨਹੀਂ ਖਾਣਾ ਚਾਹੁੰਦੇ ਜਾਂ ਕੋਈ ਵੀ ਫੂਡ ਆਈਟਮ ਹੋਏ ਤੁਸੀਂ ਨਾ ਖਾਓ but ਅਗਰ ਕੋਈ ਹੋਰ ਖਾਣਾ ਚਾਹੁੰਦਾ ਹੈ ਤੇ ਉਹਨਾਂ ਦੇ ਅਸੀਂ I think the issue is display
right? Display, yeah. The issue is display नहीं करना, अंडे जी डिस्प्ले नहीं करने. जी. रेडी वाला ते डिस्प्ले करके ही अपना ही रोजी रोटी कमांदा होता है. He Of has to course. display, he doesn't have You know, it's shelves. so sad. ਇਸ ਆਰਟੀਕਲ ਵਿੱਚ I'm sure you saw that too. ਇੱਕ ਵਿਚਾਰਾ ਅੰਡੇ ਵਾਲਾ ਕਹਿ ਰਿਹਾ ਸੀ ਕਿ ਮੇਰੇ ਕੋਲ ਤਾਂ ਮਤਲਬ 250 ਡਿਸ਼ਸ ਹੈਗੀਆਂ ਜੋ ਮੈਂ ਵੱਖ-ਵੱਖ ਅੰਡਿਆਂ ਦੀ ਡਿਫਰੈਂਟ ਤਰ੍ਹਾਂ ਦੀ ਡਿਸ਼ਸ ਬਣਾਉਂਦਾ ਹੈ ਐਂਡ ਮੇਰਾ ਤਾਂ ਮਤਲਬ ਪੂਰਾ ਕੰਮ ਕਾਰੋਬਾਰ ਹੀ ਇਹਨਾਂ ਨੇ ਖਤਮ ਕਰਤਾ ਇਹੋ ਜੀ ਚੀਜ਼ ਅਤੇ ਉਹ ਹਿੰਦੂ ਹੈ. Yes. ਉਹਦਾ They're ਨਾਮ ਮੈਂ all ਪੜਿਆ yes. ਨਹੀਂ ਉਹ ਟਾਈਮ ਉਹ ਹਿੰਦੂ ਹੈ. A lot of them are Hindu, exactly. Yeah, ਉਹ lower Yeah, caste ਦੇ lower ਜਾਤ ਦੇ ਆਂਦੇ ਹੈ ਤੇ ਉੱਥੇ ਆਪਣੀ livelihood ਬਣਾ ਰਹੇ. But I want to kind of talk about how we respond to this, right? Because ਤੁਸੀਂ ਇੱਥੇ ਖਾਸ ਕਰਕੇ ਨਿਊਯਾਰਕ ਨਿਊ ਜਰਸੀ ਦੀ ਕਮਿਊਨਿਟੀ ਦੇ ਨਾਲ ਵਰਤਦੇ ਹੋ, not just Indians but more so non-Indians, right? And ਜਦੋਂ ਇਹੋ ਜੀ ਸਟੋਰੀ ਸਾਡੇ ਕਮਿਊਨਿਟੀ ਜਾਂ ਸਾਡੇ ਮੁਲਕ ਬਾਰੇ ਆਂਦੀ, everyone knows Indian food. This is your expertise, right? You have made a business presenting and selling Indian food to everyone, ਭਾਵੇਂ ਉਹ ਦੇਸੀ ਹੋਣ ਨਾ ਹੋਣ, right? ਇੱਕ ਲਗਾਵ ਹੈਗਾ ਲੋਕਾਂ ਦੇ ਨਾਲ ਜਦੋਂ ਇੰਡੀਅਨ ਫੂਡ ਦੀ ਗੱਲ ਕਰਦੇ ਹਨ. Something like this, it adds a political frame to it. ਇੱਕ ਮਤਲਬ ਇੱਕ weird ਜਿਹਾ ਰੰਗ ਦੇ ਦਿੰਦੀ ਹੈ ਜੋ ਚੀਜ਼ We ਸਾਡੀ just have to understand, Ashmita, that Indian food and Hindu food is very different. That's a very interesting point. I want to talk about the perception about this. जो तुसी हुने क्या Indian food versus Hindu food versus the politics of it all. Take a छोटी सी break ले रुकते हैं कुनाल लांबा ते सारे viewers तुसी सारे सारे नाल इस तरह जुड़े रहो. Conversation जारी रहेगी break तो स्पार. ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਸਾਨੂੰ ਰਿਐਕਟ ਕਰਨਾ ਚਾਹੀਦਾ ਹੈ ਜਦੋਂ ਇਹੋ ਜਿਹੀ ਸਟੋਰੀਜ਼ ਨਿਕਲ ਕੇ ਆਉਂਦੀਆਂ ਨਿਊਯਾਰਕ ਟਾਈਮਜ਼ ਦੇ ਵਿੱਚ ਜਾਂ ਹੋਰ ਵੱਡੀ ਪਬਲੀਕੇਸ਼ਨਸ ਦੇ ਵਿੱਚ ਕਿ ਇੰਡੀਆ ਦੇ ਵਿੱਚ ਇੱਕ ਮਾਮੂਲੀ ਰੇੜੀ ਵਾਲਾ ਜੋ ਕਿ ਅੰਡੇ ਵੇਚ ਰਿਹਾ ਉਹ ਵੀ ਨਹੀਂ ਅੱਜ ਦੀ ਡੇਟ ਦੇ ਵਿੱਚ ਆਪ ਦਾ ਕੰਮਕਾਰ ਚਲਾ ਸਕਦਾ. ਐਟਲੀਸਟ ਗੁਜਰਾਤ ਸਟੇਟ ਦੇ ਵਿੱਚ ਸਾਡੇ ਨਾਲ ਜੁੜੇ ਹਨ ਕੁਨਾਲ ਲਾਂਬਾ, our very own favorite restaurateur and consultant. Kunal, you made a very good point, right, about Indian food versus Hindu food. But I would say, like, ithe kinni vadi problem khadi ho jandi because India is an extremely diverse country. जो Assam ਦੀ cuisine ਹੈਗੀ ਉਹ Kerala ਦੀ cuisine ਤੋਂ ਕਿੰਨੀ ਵੱਖਰੀ ਹੈ versus Kashmir versus Punjab versus Gujarat, Rajasthan. ਹਰ ਇੱਕ ਦੀ ਆਪਣੀ identity ਹੈਗੀ, but that is what makes India so unique and makes the cuisine so rich. ਅਗਰ ਤੁਸੀਂ ਇਸ ਚੀਜ਼ ਤੇ ਹੁਣ ਇੱਕ ਹਿੰਦੂ cuisine ਦਾ label ਥੋਪ ਰਹੇ ਹੋ, what kind of a risk are we running here? Oh, well, first of all, it's not sustainable. It's as in a election day, UP election is coming and you know that. And I think that has something to do with appeasing these Hindus. But this, so I grew up not eating eggs on a Tuesday. Hanji. Right? Very common in Hindu homes in North India, whether ਅਸੀਂ ਪੂਰੇ ਹਫਤੇ ਸ਼ਰਾਬਾਂ ਪੀਣੀਆਂ ਮੀਟ ਮੁਰਗੇ ਪਾੜਨੇ ਨੇ but Tuesday ਨੂੰ ਨਹੀਂ ਜੀ, out of respect for religion. But that was very personal and that was for one's own self. Not dictating it to the world at large, and that too by a government. Government should be in the business of governing. Law and order, foreign relations, development of the economy. That is the government's job, not to dictate that you have to eat this and not eat that. It might be healthier not to eat eggs. वैसे तो it's not, but I'm just saying for argument's sake, ਤੁਸੀਂ ਕਹਿ ਸਕਦੇ ਹੋ ਆਂਡੇ ਨਾ ਖਾਣਾ is healthy, it is cleaner. ਉਹਦੇ ਨਾਲ salmonella ਹੁੰਦਾ. Yeah, that's personal. Government has no business in dictating into our personal life. They should be in the business of governing. And I don't think it's sustainable. People need to voice their opinion. I'm not saying farmers की तरह protest करो इस बात पे, but yes, to be honest, some protest has to be shown. There have been, Hanji, so they have been protesting. In fact, जो ये रेडिया वाली दी association हैगी, उन्होंने कुछ counter measures लिते हैं in restrictions ਦੇ ਖਿਲਾਫ, and ਥੋੜਾ ਜਿਹਾ ਉਹਦਾ ਅਸਰ ਵੀ ਸਾਨੂੰ ਵੇਖਣ ਨੂੰ ਮਿਲਿਆ. We'll share that information with viewers later. But let's come back to the perception a little bit. I would love to have your opinion. You talk to a lot of non-Indians, right? How do we react as Indians ਜਦੋਂ ਉਹ ਕੋਈ ਸਾਨੂੰ ਗੋਰਾ ਆ ਕੇ ਕਹੇ ਹਾਂਜੀ ਤੁਹਾਡੇ ਮੁਲਕ 'ਚ ਤਾਂ ਅੰਡੇ ਵੀ ਨਹੀਂ ਤੁਸੀਂ ਵੇਚ ਸਕਦੇ, like what's going on in India? How do you react to that, especially as someone who is associated with the food industry? ਕਿਸ ਤਰ੍ਹਾਂ ਤੁਸੀਂ ਇਸ ਸਟੋਰੀ ਨੂੰ ਡਿਫੈਂਡ ਕਰ ਸਕਦੇ ਹੋ ਕਿਸੇ ਦੇ ਅੱਗੇ?
You cannot defend because India, we take pride in saying that India is a very developed country now, developing se developed ho raha hai and all that stuff. The only example I can give is Middle Eastern countries, which is in a negative way, that they do not serve pork anywhere. You go to Dubai, you won't find pork. But Yeah. in India, is not a religious-based country. It's a secular, Secular. modern country Ji. where this has no space, and Ji. it is also a very big country. Yeah. Middle Eastern countries are small. They have very small populations also. They Ji. can all do all that. But in Ji. India, it's not sustainable. The Ji. perception is obviously negative. That's why a newspaper like New York Times is writing about it. नहीं तो न्यूयॉर्क टाइम्स ਨੂੰ ਕੀ ਪਈ ਹੈ ਸਾਡੇ ਬਾਰੇ ਲਿਖਣ ਇਸ ਬਾਰੇ ਲਿਖਣ ਵਾਸਤੇ because it is a big deal Yeah. that the government is now getting into the business of dictating what to eat. I Right. mean, suggesting is something else, following religion is something else, but dictating and making it legal and taking people's livelihoods from there and the people whose livelihoods have been ਜਿਨ੍ਹਾਂ ਦੇ ਰੇੜੀਆਂ ਵੇੜੀਆਂ ਉੱਤੇ ਬੈਨ ਲੱਗਿਆ ਉਹ ਵੀ ਵਿਚਾਰੇ ਹਿੰਦੂ ਹੀ ਹੈਗੇ ਨੇ. that's the Yeah. that's the Yeah. paradox I feel Yeah. that they are actually making their own people suffer. Yeah. But I think we all just need to talk about it and just hold the government responsible. Although the government is not embarrassed about all this, काफी No, they बड़े are strong not. हैगे हैं I वो. mean, it's very interesting. You said about the elections, UP the elections आ रहे. You know, so ਇਹ ਚੀਜ਼ ਅਹਿਮਦਾਬਾਦ ਗੁਜਰਾਤ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ. I was reading something else that said ਕਿ ਗੁਜਰਾਤ is kind of like BJP ਦੀ Testing ਭਾਜਪਾ waters. ਦੀ ਹਾਂਜੀ ਟੈਸਟਿੰਗ ਗਰਾਊਂਡ ਹੈਗੀ ਰਾਈਟ ਜਿੱਥੇ ਅਗਰ ਉਹ ਕੋਈ ਚੀਜ਼ ਲਾਂਚ ਨੇਸ਼ਨਵਾਈਡ ਕਰਨਾ ਚਾਹੁੰਦੇ ਬਿਕਾਜ਼ ਉਹਨਾਂ ਦੀ ਹੁਣ ਮੈਜੋਰਿਟੀ ਹੈਗੀ they can very well do it. They tested in Gujarat, see how the reaction is, and then they see okay ਅਸੀਂ ਬਾਕੀ ਮੁਲਕ 'ਚ ਕਿੱਦਾਂ ਇਹਨੂੰ ਲਾਂਚ ਕਰਨਾ ਹੈ. I would say the reaction to this has been pretty strong negatively ਕਿ ਨਾ ਕਿ ਸਿਰਫ ਜੋ ਇਹ ਰੇੜੀ ਵਾਲੇ ਹੈਗੇ ਉਹਨਾਂ ਨੇ ਵੀ ਉੱਠ ਖੜ ਕੇ ਆਪ ਦੇ ਹੱਕ ਲਈ ਲੜਾਈ ਲੜੀ ਹੈ. Like you said, it's not at the nearly at the level of the Kisan Morcha, but that certainly gave them an empowerment. I think they would should like to also take the help of judiciary. Somehow the judiciary in India is quite, I've been feeling in the last couple of years, the judiciary in India is not in tandem somehow with the weird politics of the ruling party. Ji. Maybe judiciary can make, they have more common sense, I feel. Gee, so a case has been launched. They've launched a case, right? And us case they hale matlab odi jo judgment हैगी pending है. But it's interesting to see that you would never think कि जो एक रेडी वाला हैगा, एक मामूली आदमी जो अंडे बेच रहा है, वो भी हुन इस judiciary दी help ले रहा है. आप दे हक ले खड़ा हो रहा है against the government. So maybe this will, send a message. कोई एहो जा message शायद send करना जरूरी सीगा. We'll see how this plays out. Kunal, it's always a pleasure to have you on the channel. But ਇਸ show ਦੇ ਵਿੱਚ ਜਦੋਂ ਵੀ ਤੁਸੀਂ ਆਉਂਦੇ ਹੋ, we get some really interesting insight about food and politics of it all. So once again, ਅਗਰ ਕੋਈ ਤੁਹਾਡੇ non-Indian ਦੋਸਤ ਤੁਹਾਨੂੰ ਇਸ story ਬਾਰੇ ਪੁੱਛਦੇ ਆ, what would you say to them? I mean, I'll be a less proud Indian, sadly. And I will explain it to them that it's all political. That's not the real India. Yeah. So please just don't have this perception about India. Yeah. India with sab kuch milda hai. It's just about, and they can't penalize the hotels. They don't have the power to. It's the small man who gets penalized for their political gains. Exactly. That's how I will explain it. And I'll just say it's the unfortunate political stuff. Please don't think that this is the real India. India is much bigger than the government. Government to aati jati rehti hai. Yeah, absolutely. I love that answer. This is not representative of India and Indians overall. Thank you so much for your time, Kunal Lamba, restaurateur and a consultant, for joining us tonight. Have a good rest of your evening, and we'll see you on hopefully a new episode of Khana Pina Gana soon. Take care. Sat Sri Akal. Thank you. Bye-bye. Sat Sri Akal. ਕੁਨਾਲ ਨੇ ਇੱਕ ਬਹੁਤ ਇੰਟਰਸਟਿੰਗ ਚੀਜ਼ ਇਸ ਸੈਗਮੈਂਟ ਦੇ ਵਿੱਚ ਸ਼ੇਅਰ ਕੀਤੀ ਸਾਡੇ ਸਾਰਿਆਂ ਨਾਲ ਕਿ ਇੱਕ ਸਰਕਾਰ ਦਾ ਜੋ ਮੇਨ ਮਕਸਦ ਹੁੰਦਾ ਹੈ ਉਹ ਸਰਕਾਰੀ ਕਰਨੀ ਹੁੰਦੀ ਹੈ. ਗਵਰਨਮੈਂਟ ਸ਼ੁੱਡ ਬੀ ਫॉर ਗਵਰਨਿੰਗ, ਨਾ ਕਿ ਤੁਸੀਂ ਲੋਕਾਂ ਨੂੰ ਦੱਸੋ ਕਿਸ ਤਰ੍ਹਾਂ ਤੁਸੀਂ ਆਪ ਦੀ ਜ਼ਿੰਦਗੀ ਜੀਣੀ ਹੈ. ਇੱਥੇ ਅਮਰੀਕਾ ਦੇ ਵਿੱਚ ਇਸ ਸੈਂਟੀਮੈਂਟ ਨੂੰ ਅਸੀਂ ਬਹੁਤ ਦਿਲ ਦੇ ਕਰੀਬ ਰੱਖਦੇ ਹਾਂ. ਇੱਥੇ ਖਾਸ ਕਰਕੇ ਕਿ ਤੁਸੀਂ ਆਪਣੇ ਆਪ ਨੂੰ ਇੱਕ ਰਿਪਬਲਿਕਨ ਦੇ ਤੌਰ ਤੇ ਆਈਡੈਂਟੀਫਾਈ ਕਰਦੇ ਹੋ ਜਾਂ ਕੰਜ਼ਰਵੇਟਿਵ ਵੈਲਿਊਜ਼ ਦੇ ਨਾਲ ਆਈਡੈਂਟੀਫਾਈ ਕਰਦੇ ਹੋ, ਦੈਨ ਯੂ ਬਿਲੀਵ ਇਨ ਸਮਾਲ ਗਵਰਨਮੈਂਟ, ਕਿ ਗਵਰਨਮੈਂਟ ਜਿੰਨੀ ਛੋਟੀ ਤੋਂ ਛੋਟੀ ਹੋਈ, ਜਿੰਨਾ
ਜਿੰਨਾ ਘੱਟ ਅਸਰ ਗਵਰਨਮੈਂਟ ਦਾ ਤੁਹਾਡੀ ਡੇ ਟੂ ਡੇ ਲਾਈਫ ਤੇ ਹੋ ਰਿਹਾ, that is better, that is ideal, ਕਿ that is what we should be pursuing, right? ਨਾ ਕਿ ਵੱਡੀ ਗਵਰਨਮੈਂਟ ਹੋਏ, ਤੁਹਾਡੀ ਜ਼ਿੰਦਗੀ ਦੀ ਹਰ ਇੱਕ ਏਰੀਆ ਦੇ ਵਿੱਚ ਸਰਕਾਰ ਦਾ ਕਿਤੇ ਨਾ ਕਿਤੇ ਹੱਥ ਹੈਗਾ, ਉਹ ਚੀਜ਼ ਨੂੰ ਅਸੀਂ ਰਿਜੈਕਟ ਕਰਦੇ ਹਾਂ ਅਮਰੀਕਾ ਦੇ ਵਿੱਚ। ਸੋ ਜਦੋਂ ਇਹ ਚੀਜ਼ ਅਮਰੀਕਾ ਦੇ ਵਿੱਚ ਅਸੀਂ ਰਿਜੈਕਟ ਕਰਦੇ ਹਾਂ, ਇੰਡੀਆ ਦੇ ਵਿੱਚ ਜਦੋਂ ਇਹ ਹੋ ਰਹੀ ਹੈ, we have to ask the question, ਕਿਸ ਡਾਇਰੈਕਸ਼ਨ ਦੇ ਵਿੱਚ ਇੰਡੀਆ ਜਾ ਰਿਹਾ ਹੈ, ਕਿ ਕੋਈ ਮੁਲਕ ਇੱਕ ਡੈਮੋਕ੍ਰੇਸੀ ਹੋ ਸਕਦਾ ਹੈ? ਜਦੋਂ ਇਹੋ ਜਿਹੀ ਚੀਜ਼ ਹੁੰਦੀ ਹੈ, once again, how should we respond as Indian Americans or Indian Canadians, ਇਸ ਚੀਜ਼ ਨੂੰ ਲੈ ਕੇ how should we feel about our country, ਜੋ ਸਾਡੀ ਆਈਡੈਂਟਿਟੀ ਹੈਗੀ। ਕੁਝ ਹੋਰ ਜਾਣਕਾਰੀ ਇਸ ਸਟੋਰੀ ਬਾਰੇ ਤੇ ਕਿਸ ਤਰ੍ਹਾਂ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਇਹਦੇ ਬਾਰੇ ਰਿਸਪੌਂਡ ਕਰਨਾ ਚਾਹੀਦਾ ਹੈ, ਇਹ ਚੀਜ਼ਾਂ ਦੀ ਗੱਲਾਂ ਕਰਾਂਗੇ ਬ੍ਰੇਕ ਤੋਂ ਉਸ ਪਾਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਜੋ ਚੀਜ਼ ਇੱਕ ਇੰਡੀਅਨ ਆਈਡੈਂਟਿਟੀ ਦਾ ਸੈਂਟਰ ਪੀਸ ਹੈਗਾ, ਸਾਡੇ ਖਾਣੇ ਦੇ ਨਾਲ ਪਿਆਰ, ਸਾਡੇ ਖਾਣੇ ਦੇ ਨਾਲ ਲਗਾਵ ਤੇ ਸਾਡੀ ਇੱਕ ਐਕਸਪਰਟੀਜ਼, ਜਿੱਥੇ ਖਾਣੇ ਦੀ ਗੱਲ ਆਉਂਦੀ ਹੈ, ਸਪਾਈਸਿਸ ਹੋ ਜਾਣ, ਵੱਖ-ਵੱਖ ਤਰੀਕਿਆਂ ਦੀ ਡਿਸ਼ਜ਼ ਹੋਣ, ਜੋ ਕਿ ਸਾਡੀ ਇੱਕ ਡਾਈਵਰਸਿਟੀ ਦੇ ਨਾਲ ਜੁੜੀ ਹੋਈ ਹੈ, ਕਿ ਇੰਡੀਆ ਦੇ ਵਿੱਚ ਕਿੰਨੇ ਤਰ੍ਹਾਂ ਦੇ ਲੋਕੀ ਰਹਿੰਦੇ ਹੈ, ਕਿੰਨੇ ਤਰ੍ਹਾਂ ਦੇ ਤੁਹਾਨੂੰ ਖਾਣੇ ਮਿਲਦੇ, ਜਿੰਨੀ ਭਾਸ਼ਾਵਾਂ ਉਸ ਤੋਂ ਕਿੰਨੇ ਗੁਣਾ ਤੁਹਾਨੂੰ ਡਿਫਰੈਂਟ ਡਿਸ਼ਜ਼ ਮਿਲਦੀਆਂ ਖਾਣ ਪੀਣ ਨੂੰ, ਤੇ ਉਸ ਚੀਜ਼ ਨੂੰ ਅਟੈਕ ਕੀਤਾ ਜਾ ਰਿਹਾ, ਉਸ ਚੀਜ਼ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਕਿਸੇ ਨਾ ਕਿਸੇ ਪੋਲੀਟੀਕਲ ਮੋਟਿਵ ਨੂੰ ਲੈ ਕੇ। ਬਟ ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ ਮੈਨੂੰ ਸਿਰਫ ਇੱਕ ਚੀਜ਼ ਇਸ ਸਟੋਰੀ ਦੇ ਵਿੱਚ ਮੈਂ ਕਹਾਂਗੀ ਇੱਕ ਪੋਜ਼ੀਟਿਵ ਚੀਜ਼ ਲੱਗਦੀ ਹੈ, ਕਿ ਇਸ ਸਟੋਰੀ ਦੇ ਵਿੱਚ ਵੀ ਜੋ ਐਸੋਸੀਏਸ਼ਨ ਹੈਗੀ, ਜੋ ਇਹ ਫੂਡ ਵੈਂਡਰਸ ਜੋ ਸੜਕਾਂ 'ਤੇ ਰੇਹੜੀਆਂ ਲਾ ਕੇ ਆਪ ਦਾ ਕਾਰੋਬਾਰ, ਆਪ ਦਾ ਸਾਰਾ ਕੰਮ ਕਾਰਜ ਚਲਾਉਂਦੇ ਹੈ, ਕਿ ਭਾਵੇਂ ਇਹ ਗਰੀਬ ਹੋਣ, ਭਾਵੇਂ ਇਹ ਤੁਸੀਂ ਕਹਿ ਲਓ ਕਿਸੇ ਛੋਟੀ ਜਾਤ ਦੇ ਹੋਣ, ਜਾਂ ਇਹਨਾਂ ਦੇ ਕੋਲ ਜ਼ਿਆਦਾ ਪੈਸੇ ਜਾਂ ਪਾਵਰ ਨਹੀਂ ਹੈਗੀ, ਇਹਨਾਂ ਨੂੰ ਕੋਈ ਕੁਛ ਸਮਝਦਾ ਨਹੀਂ ਹੈਗਾ, ਇਹਨਾਂ ਦੇ ਕੋਲ ਵੀ ਇੱਕ ਪਾਵਰ ਹੈਗੀ ਹੈ। ਮੈਨੂੰ ਤਾਂ ਇਹ ਵੀ ਕਹਿਣ ਦਾ ਜੀ ਕਰੇ ਕਿ ਇਹਨਾਂ ਦੇ ਕੋਲ ਇੱਕ ਨਵੀਂ ਪਾਵਰ ਇਹਨਾਂ ਨੂੰ ਮਿਲੀ ਹੈ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ। ਜਿਸ ਤਰ੍ਹਾਂ ਇਹ ਕਿਸਾਨ ਮੋਰਚੇ ਨੇ, ਜੋ ਸਭ ਤੋਂ ਮੈਂ ਕਹਾਂਗੀ ਨਿਗਲੈਕਟਿਡ ਐਂਡ ਅਨਰੈਕਗਨਾਈਜ਼ਡ ਮੈਂਬਰਸ ਇੰਡੀਅਨ ਸੁਸਾਇਟੀ ਦੇ ਸੀਗੇ, ਜੋ ਕਿਸਾਨ, ਜੋ ਮਜ਼ਦੂਰ ਸੀਗੇ, ਉਹਨਾਂ ਨੂੰ ਵੀ ਜਿੱਤ ਹੋਈ ਇਸ ਮੋਰਚੇ ਦੇ ਵਿੱਚ। ਇਸ ਜਿੱਤ ਨੂੰ ਵੇਖ ਕੇ ਇਸ ਸਟੋਰੀ ਦੇ ਵਿੱਚ ਵੀ ਜੋ ਇਹ ਰੇਹੜੀ ਵਾਲੇ ਹੈਗੇ, ਇਹਨਾਂ ਦੀ ਐਸੋਸੀਏਸ਼ਨ ਬਣੀ ਹੋਈ ਹੈ, ਇਹਨਾਂ ਨੇ ਵੀ ਪ੍ਰੋਟੈਸਟਸ ਰੱਖੇ, ਇਹਨਾਂ ਨੇ ਮੋਰਚੇ ਰੱਖੇ, ਜੋ ਇੱਕ ਗਵਰਨਮੈਂਟ, ਗੁਜਰਾਤੀ ਗਵਰਨਮੈਂਟ ਵੱਖ-ਵੱਖ ਅਫੀਸ਼ੀਅਲਸ ਹਨ, ਉਹਨਾਂ ਦੇ ਆਫਿਸਾਂ ਅੱਗੇ, ਉਹਨਾਂ ਦੇ ਘਰਾਂ ਅੱਗੇ ਇਹਨਾਂ ਨੇ ਪ੍ਰੋਟੈਸਟ ਰੱਖੇ ਕਿ ਤੁਸੀਂ ਸਾਡੀ ਲਾਈਵਲੀਹੁੱਡ ਤੇ, ਸਾਡੇ ਢਿੱਡ ਤੇ ਤੁਸੀਂ ਲੱਤ ਮਾਰ ਰਹੇ ਹੋ। ਕਿਹਦੇ ਲਈ? ਕਾਹਦੇ ਲਈ? ਵੋਟਾਂ ਲਈ, ਤਾਂ ਕਿ ਜਦੋਂ ਇਲੈਕਸ਼ਨ ਦਾ ਟਾਈਮ ਆਏ ਤੁਸੀਂ ਕਹਿ ਸਕੋ ਕਿ ਹਾਂਜੀ, ਕਿ ਦੇਖੋ ਜੀ ਤੁਹਾਡੇ ਮੰਦਰ ਅੱਗੇ ਤਾਂ ਅਸੀਂ ਅੰਡੇ ਦੀ ਵੀ ਰੇਹੜੀ ਹਟਾਤੀ, ਇਹਦੇ ਕਰਕੇ ਤੁਸੀਂ ਸਾਡਾ ਮਤਲਬ ਸਭ ਕੁਛ ਤਬਾਹ ਕਰ ਰਹੇ ਹੋ, ਰਾਈਟ? ਸੋ ਇਸ ਚੀਜ਼ ਨੂੰ ਸੁਣ ਕੇ ਸਾਡਾ ਵੀ ਹੌਸਲਾ ਵੱਧਦਾ ਹੈ ਕਿ ਇੰਡੀਆ ਦੇ ਵਿੱਚ ਜਿੱਥੇ ਇੰਨੀ ਗਰੀਬੀ ਹੈ, ਕਿ ਜਿੱਥੇ ਇੰਨੀ ਵੱਡੀ ਪੋਪੂਲੇਸ਼ਨ ਦੇ ਵਿੱਚ ਕਿੰਨੀ ਵੱਡੀ ਗਿਣਤੀ ਲੋਕਾਂ ਦੀ ਜਿਨ੍ਹਾਂ ਦੇ ਕੋਲ ਕੁਛ ਨਹੀਂ ਹੈ, ਉੱਥੇ ਵੀ ਇੱਕ ਮਾਮੂਲੀ ਆਦਮੀ, ਇੱਕ ਆਮ ਆਦਮੀ ਇਸ ਤਰ੍ਹਾਂ ਇਕੱਠੇ ਹੋ ਕੇ ਆਪ ਦੇ ਹੱਕ ਲਈ ਲੜ ਸਕਦੇ ਹਨ। ਕਿਤੇ ਨਾ ਕਿਤੇ ਜੋ ਮੈਂ ਕਹਾਂਗੀ ਅੰਡੇ ਵਾਲੇ ਹਨ, ਇਹਨਾਂ ਨੂੰ ਬਹੁਤ ਸਟਰੈਂਥ ਤੇ ਇੰਸਪੀਰੇਸ਼ਨ ਮਿਲੀ ਹੈ ਇਸ ਕਿਸਾਨ ਮੋਰਚੇ ਤੋਂ, ਕਿ ਇਹ ਵੀ ਇਸ ਚੀਜ਼ ਨੂੰ ਵਾਪਸ ਮੋੜ ਸਕਦੇ। ਇਨਫੈਕਟ ਇਹਨਾਂ ਨੇ ਜੋ ਇਹਨਾਂ ਦੀ ਪ੍ਰੋਟੈਸਟ ਰਹੀ ਹੈ, ਐਂਡ ਇੱਕ ਲਾਸੂਟ ਵੀ ਜਾਰੀ ਕੀਤਾ ਗਿਆ ਇੱਥੇ, ਜੋ ਇਹ ਪ੍ਰੋਟੈਸਟ ਰਹੀ ਹੈ, ਇਹਦੇ ਵਿੱਚ ਇਹਨਾਂ ਨੇ ਕੁਛ ਇਹੋ ਜਿਹੀ ਪ੍ਰੋਵੀਜ਼ਨਸ ਵਾਪਸ ਲਿੱਤੇ ਗਏ ਇਹਨਾਂ ਦੇ ਪ੍ਰੋਟੈਸਟ ਕਰਕੇ, ਕਿ ਕੁਝ ਜੋ ਸਖਤੀ ਦੇ ਨਾਲ ਗੁਜਰਾਤ ਦੇ ਵਿੱਚ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਸੀ ਕਿ ਇੱਥੇ ਰੇਹੜੀਆਂ ਨਹੀਂ ਲਾ ਸਕਦੇ, ਉੱਥੇ ਰੇਹੜੀਆਂ ਨਹੀਂ ਲਾ ਸਕਦੇ, ਉਨ ਚੀਜ਼ਾਂ ਨੂੰ ਹੁਣ ਵਾਪਸ ਲਿੱਤਾ ਜਾ ਰਿਹਾ ਹੈ। ਆਫ ਕੋਰਸ ਅੰਡਿਆਂ ਦੀ ਗੱਲ ਹੋ ਰਹੀ ਹੈ, ਅੰਡਿਆਂ ਨੂੰ ਲੈ ਕੇ ਤਾਂ ਇਟਸ ਕਾਈਂਡ ਆਫ ਬੰਦਾ ਕਹਿ ਸਕਦਾ ਹੈ ਕਿ ਕਿਸ ਤਰ੍ਹਾਂ ਇਹਦੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਹੈਗੀ, ਬਟ ਇਸ ਵੇਲੇ ਜੋ ਇੰਡੀਆ ਦੇ ਵਿੱਚ ਸਾਰੇ ਹੀ ਮਾਈਨੋਰਿਟੀਜ਼ ਦੇ ਲਾਈਫ ਸਟਾਈਲ ਅਤੇ ਲਾਈਵਲੀਹੁੱਡ ਉੱਤੇ ਅਟੈਕ ਹੋ ਰਿਹਾ, ਭਾਵੇਂ ਉਹ ਸਿੱਖ ਹੋਣ, ਮੁਸਲਿਮ ਹੋਣ, ਕ੍ਰਿਸਚਨਸ ਹੋਣ, ਇਹ ਚੀਜ਼ਾਂ ਸਾਡੇ ਸਾਰਿਆਂ ਲਈ ਇੱਕ ਬਹੁਤ ਕੰਸਰਨਿੰਗ ਅਤੇ ਡਿਸਟਰਬਿੰਗ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਅਗਰ ਤੁਸੀਂ ਮੁਸਲਮਾਨ ਹੈਗੇ ਇੰਡੀਆ ਦੇ ਵਿੱਚ, ਤੁਸੀਂ ਇਸ ਮੁਲਕ ਦੇ ਇਤਿਹਾਸ ਦੇ ਨਾਲ, ਮੁਲਕ ਦੀ ਆਜ਼ਾਦੀ ਤੋਂ ਵੀ ਪਹਿਲੇ ਦੇ ਜੁੜੇ ਹੋਏ ਹੋ, ਬਟ ਅੱਜ ਦੀ ਡੇਟ ਦੇ ਵਿੱਚ ਤੁਸੀਂ ਖੁੱਲ੍ਹ ਕੇ ਨਮਾਜ਼ ਨਹੀਂ ਪੜ੍ਹ ਸਕਦੇ, ਤੁਸੀਂ ਖੁੱਲ੍ਹ ਕੇ
ਬਿਰਿਆਨੀ ਨਹੀਂ ਖਾ ਸਕਦੇ ਹੈ ਨਾ, ਆਪਣੇ ਮੀਟ ਮਾਰਕੀਟ ਨੂੰ ਨਹੀਂ ਚਲਾ ਸਕਦੇ, ਆਪਣੇ ਕੰਮ ਕਾਰਜ ਨੂੰ ਨਹੀਂ ਕਰ ਸਕਦੇ। ਅਗਰ ਤੁਸੀਂ ਕ੍ਰਿਸਚਨ ਹੈਗੇ, ਰੀਸੈਂਟਲੀ ਕਰਨਾਟਕਾ ਦੇ ਵਿੱਚ ਕੁਝ 2 ਦਿਨਾਂ ਦੇ ਪਹਿਲੇ ਦੀ ਗੱਲ ਹੈ, ਇੱਕ ਕ੍ਰਿਸਚਨ ਤੁਸੀਂ ਕਹਿ ਲਓ ਕਮਿਊਨਿਟੀ ਸੈਂਟਰ ਨੂੰ ਅਟੈਕ ਕੀਤਾ ਗਿਆ, ਉਹਨਾਂ ਦੀ ਜੋ ਕਿਤਾਬਾਂ ਸੀਗੀਆਂ ਉਹਨਾਂ ਨੂੰ ਖਤਮ ਕੀਤਾ ਗਿਆ। ਇਹ ਕ੍ਰਿਸਚਨ ਮਾਈਨੋਰਿਟੀਜ਼ ਦੇ ਨਾਲ ਹੋ ਰਿਹਾ, ਸਿੱਖਾਂ ਦੇ ਨਾਲ ਤਾਂ ਕਹਿਣ ਦੀ ਵੀ ਕੋਈ ਲੋੜ ਨਹੀਂ ਹੈਗੀ ਕਿਸ ਤਰ੍ਹਾਂ ਦੀ ਸਥਿਤੀ ਕਿੰਨੇ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ। ਸੋ ਦਿਸ ਇਜ਼ ਅ ਵੈਰੀ ਕੰਸਰਨਿੰਗ ਟਾਈਮ। ਐਂਡ ਕਮਿੰਗ ਬੈਕ ਟੂ ਮਾਈ ਓਰੀਜਨਲ ਕੁਐਸਚਨ, ਜੋ ਮੇਰਾ ਪਹਿਲਾ ਸਵਾਲ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਸੀਂ ਰੱਖਿਆ ਸੀ, ਦੈਟ ਕਿਸ ਤਰ੍ਹਾਂ ਤੁਸੀਂ ਰਿਸਪੌਂਡ ਕਰ ਸਕਦੇ ਹੋ ਕਿ ਜਦੋਂ ਤੁਹਾਨੂੰ ਕੋਈ ਨਾਨ ਇੰਡੀਅਨ ਕਹਿੰਦਾ ਕਿ ਹਾਂਜੀ ਮੈਂ ਤੁਹਾਡੇ ਮੁਲਕ ਬਾਰੇ ਇਹੋ ਜਿਹੀ ਖਬਰ ਪੜ੍ਹੀ ਸੀ ਕਿ ਹੋ ਕੀ ਰਿਹਾ ਇੰਡੀਆ ਦੇ ਵਿੱਚ, ਕਿ ਇੰਨੀ ਜ਼ਿਆਦਾ ਐਕਸਟ੍ਰੀਮਿਜ਼ਮ, ਕਿ ਇੱਕ ਅੰਡੇ ਨੂੰ ਲੈ ਕੇ ਇੰਨੀ ਜ਼ਿਆਦਾ ਅਨਰੈਸਟ ਹੈਗੀ ਕਿ ਲੋਕਾਂ ਦੇ ਪੂਰੇ ਸਟਾਲਸ ਨੂੰ ਤੋੜਿਆ ਜਾ ਰਿਹਾ ਹੈ, ਉਹਨਾਂ ਦੀ ਸਾਰੀ ਚੀਜ਼ਾਂ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਦਾ ਜਵਾਬ ਦੇ ਸਕਦੇ ਹੋ? Honestly, ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈਗਾ, ਬਟ ਅਦਰ ਦੈਨ ਦ ਫੈਕਟ ਦੈਟ I have hope ਕਿ of course ਇੰਡੀਆ ਦੇ ਵਿੱਚ ਵੀ like any democracy ਕੋਈ ਵੀ ਚੀਜ਼ ਜਦੋਂ ਗਰੋ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਗਰੋਇੰਗ ਪੇਨਸ ਹੁੰਦੀ ਹੈ, ਰਾਈਟ। ਕਾਫੀ ਚਿਰ ਪਹਿਲੇ ਕਿਸੇ ਨੇ ਮੈਨੂੰ ਇੱਕ ਬਹੁਤ ਵਧੀਆ ਲਾਈਨ ਦੱਸੀ ਸੀ ਕਿ ਇੰਡੀਆ ਇਜ਼ ਨਾਟ ਅ ਡਿਵੈਲਪਡ ਡੈਮੋਕ੍ਰੇਸੀ, ਇਟ ਇਜ਼ ਅ ਡਿਵੈਲਪਿੰਗ ਡੈਮੋਕ੍ਰੇਸੀ। ਇਹ ਹਾਲੇ ਡਿਵੈਲਪ ਹੋ ਰਹੀ ਹੈ, ਇਹਦੇ ਵਿੱਚ ਹਾਈ ਪੁਆਇੰਟਸ ਅਤੇ ਲੋ ਪੁਆਇੰਟਸ ਆਉਣਗੇ, ਨੋ ਡਾਊਟ। ਕਿ ਇਹੋ ਜਿਹੀ ਚੀਜ਼ਾਂ ਸੁਣ ਕੇ ਲੱਗਦਾ ਹੈ ਸਾਨੂੰ ਕਿ ਇਹ ਡੈਫੀਨੇਟਲੀ ਇੱਕ ਲੋ ਪੁਆਇੰਟ ਹੈਗਾ, ਬਟ ਅਗਰ ਤੁਸੀਂ ਥੱਲੇ ਡਿੱਗਦੇ ਹੋ ਦੈਟ ਮੀਨਸ ਯੂ ਕੈਨ ਓਨਲੀ ਗੋ ਅਪ, ਕਿ ਚੀਜ਼ਾਂ ਇੰਪਰੂਵ ਹੋਣੀਆਂ ਹੈਗੀਆਂ। ਕਿ ਜਿਸ ਤਰ੍ਹਾਂ ਕਿਸਾਨ ਮੋਰਚੇ ਨੂੰ ਵੀ ਅਸੀਂ ਵੇਖਿਆ ਕਿ ਕਿੰਨੀ ਲੋ ਪੁਆਇੰਟ ਆ ਗਿਆ ਸੀ ਮੋਰਚੇ ਦੇ ਵਿੱਚ, ਕਿੰਨੀ ਸ਼ਹੀਦ, ਕੋਈ ਮੂਵਮੈਂਟ ਨਹੀਂ, ਕੋਈ ਪ੍ਰੋਗਰੈਸ ਨਹੀਂ, ਸਰਕਾਰ ਵੱਲੋਂ ਕੋਈ ਐਕਨੋਲੇਜਮੈਂਟ ਨਹੀਂ ਕਿ ਮੋਰਚਾ ਹੈਗਾ ਵੀ, ਚੱਲ ਵੀ ਰਿਹਾ, ਕਿ ਲੋਕੀ ਬੈਠੇ ਵੀ ਹੈਗੇ। ਐਂਡ ਫਿਰ ਵੀ ਦੇਖੋ ਜਿੰਨਾ ਉਹ ਲੋ ਪੁਆਇੰਟ ਸੀਗਾ ਉਹਨੂੰ ਹੀ ਲੈ ਕੇ ਅੱਜ ਅਸੀਂ ਕਿੰਨੇ ਹਾਈ ਪੁਆਇੰਟ ਨੂੰ ਮਨਾ ਰਹੇ ਹਾਂ। ਫਤਿਹ ਮਾਰਚਿਸ ਹੋ ਰਹੀਆਂ ਪੂਰੇ ਕੰਟਰੀ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ, ਇੱਕ ਬਹੁਤ ਵੱਡਾ ਹਾਈ ਪੁਆਇੰਟ ਹੈ। ਆਫ ਕੋਰਸ ਨੋ ਡਾਊਟ ਬਹੁਤ ਕੰਮ ਬਾਕੀ ਹੈ ਮੋਰਚੇ ਦੇ ਵਿੱਚ, ਬਟ ਸਾਨੂੰ ਇਸ ਵਿਕਟਰੀ ਨੂੰ ਰੈਕਗਨਾਈਜ਼ ਕਰਨਾ ਚਾਹੀਦਾ। ਐਂਡ ਮੈਨੂੰ ਉਮੀਦ ਐਜ਼ ਐਨ ਇੰਡੀਵਿਜੂਅਲ ਐਂਡ ਆਈ ਵੁੱਡ ਹੋਪ ਕਿ ਅਗਰ ਕੋਈ ਮੈਨੂੰ ਪੁੱਛੂਗਾ ਇਹੋ ਜਿਹੀ ਸਟੋਰੀ ਬਾਰੇ ਜਾਂ ਇੰਡੀਆ ਬਾਰੇ, ਮੈਂ ਇਹੀ ਕਹਾਂਗੀ ਕਿ ਇਹ ਚੀਜ਼ ਇੰਡੀਆ ਨੂੰ ਨਹੀਂ ਰੈਪਰਜੈਂਟ ਕਰਦੀ। ਇਹ ਇੱਕ ਲੋ ਪੁਆਇੰਟ ਹੈਗਾ ਇੰਡੀਆ ਦੇ ਇਤਿਹਾਸ ਦੇ ਵਿੱਚ। ਐਂਡ ਹਰ ਇੱਕ ਮੁਲਕ ਦੇ ਚੰਗੇ ਤੋਂ ਚੰਗੇ ਮੁਲਕ ਦੇ ਇਤਿਹਾਸ ਦੇ ਵਿੱਚ ਲੋ ਪੁਆਇੰਟ ਆਉਂਦਾ। ਜਰਮਨੀ ਦੇ ਇਤਿਹਾਸ ਦੇ ਵਿੱਚ ਹਿਟਲਰ ਸੀਗਾ, ਅਮਰੀਕਾ ਦੇ ਇਤਿਹਾਸ ਦੇ ਵਿੱਚ ਸਲੇਵਰੀ ਹੈਗੀ। ਹਰ ਇੱਕ ਮੁਲਕ ਦਾ ਇਤਿਹਾਸ ਹੁੰਦਾ ਹੀ ਹੈ, ਉਹਦੇ ਵਿੱਚ ਚੰਗੀਆਂ ਚੀਜ਼ਾਂ ਅਤੇ ਮਾੜੀਆਂ ਚੀਜ਼ਾਂ ਹੁੰਦੀਆਂ, ਅਤੇ ਇੰਡੀਆ ਦੀ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਬਟ ਸਾਨੂੰ ਉਮੀਦ ਹੈ ਕਿ ਇਸ ਮਾੜੀ ਚੀਜ਼ ਤੋਂ ਬਾਅਦ ਕੁਛ ਨਾ ਕੁਛ ਚੰਗਾ ਜ਼ਰੂਰ ਹੋਏਗਾ। ਸੋ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਡੇ ਲਈ ਇਸ ਸਟੋਰੀ ਨੂੰ ਲੈ ਕੇ ਜਾਂ ਸਾਡੇ ਗੈਸਟਸ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।